मैं 11 ਸਾਲ ਦਾ ਸੀ ਜਦੋਂ ਮੇਰੀ ਮਾਮੀ ਮੈਨੂੰ ਆਪਣੇ ਨਾਲ ਆਪਣੇ ਘਰ ਲੈ ਗਈ। ਕਿਉਂਕਿ ਮੇਰੇ ਪਾਪਾ ਸ਼ਰਾਬੀ ਸਨ ਤਾਂ ਉਹ ਘਰ ਖਰਚ ਵੀ ਨਹੀਂ ਚੁੱਕਦੇ ਸਨ ਅਤੇ ਸ਼ਰਾਬ ਦੇ ਨਾਲ ਹੋਰ ਵੀ ਗਲਤ ਕੰਮਾਂ ਵਿੱਚ ਪਏ ਹੋਏ ਸਨ। ਤਾਂ ਮਾਂ ਨੇ ਤੰਗ ਆ ਕੇ ਮੈਨੂੰ ਮਾਮੀ ਦੇ ਨਾਲ ਭੇਜ ਦਿੱਤਾ ਸੀ। ਪਰ ਜਿਵੇਂ ਜਿਵੇਂ ਮੈਂ ਵੱਡਾ ਹੋ ਰਿਹਾ ਸੀ ਮੇਰੇ ਨਾਲ ਮਾਮੀ ਦੀਆਂ ਹਰਕਤਾਂ ਅਜੀਬ ਹੋ ਰਹੀਆਂ ਸਨ। ਮੇਰੀ ਮਾਂ ਬਹੁਤ ਗਰੀਬ ਸੀ। ਮਾਮੀ ਮੈਨੂੰ ਪੁੱਤ ਕਹਿ ਕੇ ਬੁਲਾਉਂਦੀ, ਪਰ ਰਾਤ ਹੁੰਦੇ ਹੀ ਕੁਝ ਅਜਿਹਾ ਕਰਦੀ ਕਿ ਮੇਰਾ ਦਿਲ ਕਰਦਾ ਭੱਜ ਕੇ ਮੈਂ ਆਪਣੀ ਮਾਂ ਕੋਲ ਚਲਾਵਾਂ ਅਤੇ ਸਭ ਕੁਝ ਦੱਸ ਦੇਵਾਂ। ਹੁਣ ਮੈਂ 21 ਸਾਲ ਦਾ ਹੋ ਚੁੱਕਿਆ ਸੀ ਕਿ ਇੱਕ ਦਿਨ ਅਚਾਨਕ ਇੱਕ ਮੰਗਣ ਵਾਲੀ ਦਰਵਾਜ਼ੇ ਤੇ ਆਈ ਅਤੇ ਜਦੋਂ ਉਸਨੇ ਆਉਂਦੇ ਹੀ ਆਪਣੇ ਥੈਲੇ ਵਿੱਚੋਂ ਇੱਕ ਚੀਜ਼ ਕੱਢ ਕੇ ਵਿਖਾਈ ਤਾਂ ਮੇਰੀ ਜਿਵੇਂ ਜਾਨ ਹੀ ਨਿਕਲ ਗਈ। ਕਿਉਂਕਿ ਮੇਰੀ ਮਾਮੀ ਤਾਂ ਮੈਂ 11 ਸਾਲ ਦੀ ਉਮਰ ਦਾ ਸੀ ਜਦੋਂ ਇੱਕ ਦਿਨ ਮਾਮੀ ਮੈਨੂੰ ਆਪਣੇ ਘਰ ਲੈ ਆਈ। ਉਦੋਂ ਮੈਂ ਛੋਟਾ ਸੀ, ਗੱਲਾਂ ਦੀ ਸਮਝ ਨਹੀਂ ਸੀ। ਮਾਮੀ ਮੈਨੂੰ ਬਹੁਤ ਪਿਆਰ ਕਰਦੀ ਸੀ, ਹਰ ਚੀਜ਼ ਮੇਰੀ ਪਸੰਦ ਦੀ ਬਣਾਉਂਦੀ ਸੀ। ਪਰ ਬਚਪਨ ਤੋਂ ਹੀ ਇੱਕ ਚੀਜ਼ ਸੀ ਜੋ ਬਹੁਤ ਅਜੀਬ ਸੀ। ਮੈਂ ਅਕਸਰ ਇਕੱਲਾ ਕਮਰੇ ਵਿੱਚ ਹੀ ਬੈਠਾ ਰਹਿੰਦਾ ਸੀ ਕਿਉਂਕਿ ਮਾਮੀ ਮੈਨੂੰ ਬਾਹਰ ਜਾ ਕੇ ਖੇਡਣ ਨਹੀਂ ਦਿੰਦੀ ਸੀ। ਜੇਕਰ ਕੋਈ ਦੋਸਤ ਆ ਵੀ ਜਾਂਦਾ ਤਾਂ ਉਸ ਨੂੰ ਝਿੜਕ ਕੇ ਭਜਾ ਦਿੰਦੀ। ਮੈਂ ਮਾਮੀ ਤੋਂ ਬਹੁਤ ਵਾਰ ਗੁਜ਼ਾਰਿਸ਼ ਕੀਤੀ ਸੀ ਕਿ ਮੈਨੂੰ ਵੀ ਬਾਹਰ ਜਾ ਕੇ ਬੱਚਿਆਂ ਨਾਲ ਖੇਡਣ ਦੇਵੇ, ਪਰ ਉਹ ਆਪਣੀ ਜਿੱਦ ਤੇ ਅੜੀ ਰਹੀ ਅਤੇ ਨਾ ਮੰਨੀ। ਇੱਕ ਦਿਨ ਜਦੋਂ ਤੰਗ ਆ ਕੇ ਮੈਂ ਘਰ ਵਾਪਸ ਜਾਣ ਦੀ ਜਿੱਦ ਕੀਤੀ ਤਾਂ ਮਾਮੀ ਮੈਨੂੰ ਗੁੱਸੇ ਨਾਲ ਦੇਖਣ ਲੱਗੀ। ਤੂੰ ਹੁਣ ਇਹ ਗੱਲ ਆਪਣੇ ਦਿਮਾਗ ਤੋਂ ਕੱਢ ਦੇ ਕੇ ਤੂੰ ਵਾਪਸ ਜਾਵੇਗਾ। ਤੇਰੀ ਮਾਂ ਨੇ ਹਮੇਸ਼ਾ ਲਈ ਤੈਨੂੰ ਮੇਰੇ ਕੋਲ ਭੇਜ ਦਿੱਤਾ ਹੈ, ਇਸ ਲਈ ਜੋ ਮੈਂ ਕਹਾਂਗੀ ਤੈਨੂੰ ਉਹੀ ਕਰਨਾ ਹੋਵੇਗਾ, ਵਰਨਾ ਸਜ਼ਾ ਦੇ ਤੌਰ ਤੇ ਮੈਂ ਤੇਰੇ ਨਾਲ ਕੀ ਕਰ ਸਕਦੀ ਹਾਂ ਇਹ ਤੂੰ ਸੋਚ ਵੀ ਨਹੀਂ ਸਕੇਗਾ। ਮੇਰੇ ਮਾਂ ਪਾਪਾ ਕਦੇ ਵੀ ਮੈਨੂੰ ਮਿਲਣ ਨਹੀਂ ਆਏ ਸਨ। ਮੈਂ ਉਹਨਾਂ ਨੂੰ ਬਹੁਤ ਯਾਦ ਕਰਦਾ ਸੀ, ਪਰ ਉਹਨਾਂ ਨੇ ਤਾਂ ਸ਼ਾਇਦ ਆਪਣੇ ਸਿਰ ਤੋਂ ਇੱਕ ਬੋਝ ਉਤਾਰ ਕੇ ਸੁੱਟ ਦਿੱਤਾ ਸੀ। ਉਹ ਮੈਨੂੰ ਭੁੱਲ ਚੁੱਕੇ ਸਨ। ਹੁਣ ਮੇਰੀ ਜ਼ਿੰਦਗੀ ਵੀ ਬਸ ਮਾਮੀ ਦੇ ਆਸ-ਪਾਸ ਘੁਲ ਮਿਲ ਕੇ ਹੀ ਰਹਿ ਗਈ ਸੀ। ਉਹ ਇੱਕ ਕੰਪਨੀ ਵਿੱਚ ਕੰਮ ਕਰਦੀ ਸੀ। ਉਂਝ ਉਹ ਬਹੁਤ ਚੰਗੀ ਸੀ। ਮੇਰੇ ਕੱਪੜੇ ਧੋਣ ਤੋਂ ਪ੍ਰੈਸ ਕਰਨ ਤੱਕ ਹਰ ਕੰਮ ਉਹ ਆਪਣੇ ਆਪ ਆਪਣੇ ਹੱਥੀਂ ਕਰਦੀ ਸੀ। ਘਰ ਆ ਕੇ ਖਾਣਾ ਵੀ ਆਪਣੇ ਹੱਥੀਂ ਹੀ ਬਣਾ ਕੇ ਖਵਾਉਂਦੀ ਸੀ। ਉਹਨਾਂ ਦੇ ਹੱਥ ਵਿੱਚ ਬਹੁਤ ਸਵਾਦ ਸੀ। ਇੱਕ ਰੋਜ਼ ਕੰਮ ਕਰਦੇ ਮੈਂ ਘਰ ਦੀ ਛੱਤ ਤੇ ਹੀ ਸੌ ਗਿਆ ਸੀ। ਉਦੋਂ ਮਾਮੀ ਮੇਰੇ ਕੋਲ ਆ ਕੇ ਬੈਠ ਗਈ ਅਤੇ ਮੇਰੇ ਵਾਲਾਂ ਵਿੱਚ ਹੱਥ ਫੇਰਨ ਲੱਗੀ। ਮੇਰੀ ਫੌਰਨ ਅੱਖ ਖੁੱਲ੍ਹ ਗਈ। ਉਸ ਤੋਂ ਪਹਿਲਾਂ ਕਿ ਮੈਂ ਉੱਠਦਾ ਮਾਮੀ ਨੇ ਮੇਰਾ ਸਿਰ ਫੜ ਕੇ ਆਪਣੀ ਗੋਦ ਵਿੱਚ ਰੱਖ ਲਿਆ ਅਤੇ ਆਪਣੇ ਹੱਥ ਮੇਰੇ ਵਾਲਾਂ ਵਿੱਚ ਫੇਰਨ ਲੱਗੀ। ਮੈਂ ਪਹਿਲਾਂ ਤਾਂ ਨਾ ਕਰਦਾ ਰਿਹਾ, ਪਰ ਹੁਣ ਮੈਨੂੰ ਵੀ ਸਕੂਨ ਮਿਲਣ ਲੱਗਾ ਸੀ। ਨੀਂਦ ਨਾਲ ਮੇਰੀਆਂ ਅੱਖਾਂ ਉਜਲ ਹੋ ਰਹੀਆਂ ਸਨ। ਮੈਂ ਉੱਥੇ ਹੀ ਮਾਮੀ ਦੀ ਗੋਦ ਵਿੱਚ ਸਿਰ ਰੱਖ ਕੇ ਸੌ ਗਿਆ। ਸਵੇਰੇ ਮੇਰੀ ਅੱਖ ਖੁੱਲੀ ਤਾਂ ਮਾਮੀ ਵੀ ਮੇਰੇ ਨਾਲ ਹੀ ਜ਼ਮੀਨ ਤੇ ਸੌ ਰਹੀ ਸੀ। ਉਹਨਾਂ ਨੂੰ ਵੇਖਦੇ ਹੀ ਮੈਂ ਹੈਰਾਨ ਹੋ ਗਿਆ ਅਤੇ ਜਲਦੀ ਤੋਂ ਉੱਠ ਕੇ ਬੈਠ ਗਿਆ। ਮਾਮੀ ਦੀਆਂ ਹਰਕਤਾਂ ਤਾਂ ਮੇਰੀ ਸਮਝ ਤੋਂ ਬਾਹਰ ਹੁੰਦੀਆਂ ਜਾ ਰਹੀਆਂ ਸਨ। ਹੁਣ ਮੈਂ ਕੋਈ ਬੱਚਾ ਨਹੀਂ ਰਿਹਾ ਸੀ ਜੋ ਮਾਮੀ ਦੀਆਂ ਇਹਨਾਂ ਹਰਕਤਾਂ ਨੂੰ ਨਾ ਸਮਝਦਾ। ਮੈਂ ਹੁਣ ਮਾਮੀ ਦੀ ਅਜਿਹੀ ਹਰਕਤਾਂ ਨੂੰ ਬੁਰਾ ਸਮਝਣ ਲੱਗਾ ਸੀ, ਜਿਸ ਦੀ ਵਜ੍ਹਾ ਨਾਲ ਮੇਰੇ ਦਿਮਾਗ ਵਿੱਚ ਮਾਮੀ ਦੀ ਬਹੁਤ ਹੀ ਖਰਾਬ ਛਵੀ ਬਣ ਰਹੀ ਸੀ। ਮੈਂ ਨਹੀਂ ਚਾਹੁੰਦਾ ਸੀ ਕਿ ਮੈਂ ਉਹਨਾਂ ਬਾਰੇ ਕੁਝ ਵੀ ਗਲਤ ਸੋਚਾਂ, ਇਸ ਲਈ ਜਿੰਨਾ ਹੋ ਸਕਦਾ ਸੀ ਉਹਨਾਂ ਨੂੰ ਆਪਣੇ ਆਪ ਤੋਂ ਦੂਰ ਰੱਖਦਾ ਸੀ। ਪਰ ਮਾਮੀ ਤਾਂ ਕਿਸੇ ਨਾ ਕਿਸੇ ਬਹਾਨੇ ਮੇਰੇ ਕੋਲ ਰਹਿਣ ਦੀ ਕੋਸ਼ਿਸ਼ ਕਰਦੀ। ਮੈਨੂੰ ਹੁਣ ਮਾਮੀ ਤੋਂ ਡਰ ਲੱਗਣ ਲੱਗਾ ਸੀ ਅਤੇ ਪਤਾ ਨਹੀਂ ਕਿਉਂ ਮੈਨੂੰ ਕੀ ਹੋ ਜਾਂਦਾ ਸੀ। ਜਦੋਂ ਵੀ ਮਾਮੀ ਕਰੀਬ ਰਹਿੰਦੀ ਤਾਂ ਅਜੀਬ ਤਰ੍ਹਾਂ ਦਾ ਡਰ ਮਹਿਸੂਸ ਹੋਣ ਲੱਗਾ ਸੀ। ਮੈਂ ਆਪਣੇ ਆਪ ਤੋਂ ਵੀ ਡਰਿਆ ਰਹਿਣ ਲੱਗਾ। ਉਹ ਮੇਰੀ ਮਾਮੀ ਸੀ, ਮਾਮੀ ਮੈਨੂੰ ਪਸੰਦ ਕਰਦੀ ਸੀ। ਇਹ ਗੱਲ ਹੁਣ ਮੇਰੇ ਦਿਮਾਗ ਵਿੱਚ ਰਹਿਣ ਲੱਗੀ ਸੀ। ਪਰ ਮੈਂ ਅਕਸਰ ਆਪਣੇ ਆਪ ਨੂੰ ਡਾਂਟ ਦਿੰਦਾ ਕਿਉਂਕਿ ਉਹ ਬੱਚਿਆਂ ਦੀ ਤਰ੍ਹਾਂ ਮੇਰਾ ਇੰਨਾ ਖਿਆਲ ਰੱਖਦੀ ਸੀ ਅਤੇ ਮੈਂ ਆਪਣੀ ਹੀ ਮਾਮੀ ਬਾਰੇ ਅਜੀਬ ਵਹਿਮ ਪਾਲਣ ਲੱਗਾ ਸੀ। ਇੱਕ ਦਿਨ ਮਾਮੀ ਰਾਤ ਨੂੰ ਮੇਰੇ ਕਮਰੇ ਵਿੱਚ ਆ ਗਈ। ਮੈਂ ਕਿਹਾ, ਤੁਹਾਨੂੰ ਕੁਝ ਕੰਮ ਹੈ ਰਾਤ ਦੇ ਇਸ ਵਕਤ ਇੱਥੇ? ਮਾਮੀ ਨੇ ਕਿਹਾ, ਨਹੀਂ, ਮੈਨੂੰ ਨੀਂਦ ਨਹੀਂ ਆ ਰਹੀ ਸੀ। ਕਾਫੀ ਦਿਨਾਂ ਤੋਂ ਸੋ ਨਹੀਂ ਪਾ ਰਹੀ ਹਾਂ, ਇਸ ਲਈ ਮੈਂ ਹੁਣ ਸੋਚਿਆ ਹੈ ਕਿ ਮੈਂ ਤੇਰੇ ਨਾਲ ਇਸ ਕਮਰੇ ਵਿੱਚ ਸੋਇਆ ਕਰਾਂਗੀ। ਮਾਮੀ ਦੀ ਗੱਲ ਨੇ ਤਾਂ ਮੇਰੇ ਹੋਸ਼ ਉਡਾ ਦਿੱਤੇ ਸਨ। ਪਰ ਤੁਸੀਂ ਇੱਥੇ ਕਿਵੇਂ ਸੌਓਗੇ? ਮੈਂ ਹੈਰਾਨ ਹੁੰਦੇ ਕਿਹਾ। ਉਹਨਾਂ ਨੇ ਕਿਹਾ, ਕਿਉਂ ਸੌਂਗੀ? ਤੋਂ ਕੀ ਮਤਲਬ ਹੈ ਤੇਰਾ? ਮੇਰਾ ਘਰ ਹੈ, ਮੈਂ ਕਿਤੇ ਵੀ ਸੌ ਸਕਦੀ ਹਾਂ ਅਤੇ ਜੇਕਰ ਮੈਂ ਇੱਥੇ ਸੌ ਵੀ ਜਾਵਾਂਗੀ
ਤਾਂ ਇਸ ਵਿੱਚ ਇੰਨੀ ਹੈਰਾਨੀ ਵਾਲੀ ਕੀ ਗੱਲ ਹੈ? ਮੇਰੇ ਖਿਆਲ ਨਾਲ ਇਸ ਮਾਮਲੇ ਵਿੱਚ ਮੈਂ ਕਿਉਂ ਤੈਨੂੰ ਕੋਈ ਜਵਾਬ ਦੇਵਾਂ? ਇਸ ਲਈ ਖਾਮੋਸ਼ੀ ਨਾਲ ਮੇਰੇ ਪੈਰਾਂ ਵਾਲੀ ਸਾਈਡ ਸੋ ਗਈ ਅਤੇ ਮੈਂ ਤਕੀਏ ਵਾਲੀ ਸਾਈਡ ਤੇ। ਮਾਮੀ ਨੇ ਕਹਿੰਦੇ ਹੀ ਅਮਲ ਕੀਤਾ ਸੀ ਅਤੇ ਆਰਾਮ ਨਾਲ ਲੈਟ ਗਈ ਸੀ, ਜਦੋਂ ਕਿ ਮੈਂ ਹੁਣੇ ਤੱਕ ਹੈਰਾਨ ਪਰੇਸ਼ਾਨ ਮਾਮੀ ਵੱਲ ਅਜੀਬ ਨਜ਼ਰਾਂ ਨਾਲ ਵੇਖ ਰਿਹਾ ਸੀ। ਉਹ ਇਹ ਸਭ ਹਰਕਤਾਂ ਕਰਕੇ ਜੋ ਕੁਝ ਕਰਨਾ ਚਾਹੁੰਦੀ ਸੀ, ਮੈਂ ਉਹ ਕਦੇ ਵੀ ਨਹੀਂ ਕਰਨ ਵਾਲਾ ਸੀ। ਮੇਰੇ ਦਿਲ ਵਿੱਚ ਹੁਣ ਡਰ ਦੇ ਨਾਲ ਨਾਲ ਇੱਕ ਹੋਰ ਜਜ਼ਬਾਤ ਵੀ ਮਾਮੀ ਲਈ ਪੈਦਾ ਹੋ ਚੁੱਕਿਆ ਸੀ ਅਤੇ ਉਹ ਸੀ ਨਫ਼ਰਤ ਦਾ ਜਜ਼ਬਾਤ। ਪਤਾ ਨਹੀਂ ਕਿਉਂ ਆਪਣੀ ਖੁਆਇਸ਼ਾਂ ਦੇ ਅੱਗੇ ਉਹਨਾਂ ਨੂੰ ਆਪਣੀ ਉਮਰ ਨਜ਼ਰ ਕਿਉਂ ਨਹੀਂ ਆ ਰਹੀ ਸੀ, ਅਤੇ ਜੇਕਰ ਇੰਨਾ ਹੀ ਸਭ ਸੀ ਤਾਂ ਉਹ ਵਿਆਹ ਕਰ ਲੈਂਦੀ, ਕਿਉਂਕਿ ਮੇਰੇ ਮਾਮਾ ਨੂੰ ਮਰੇ ਤਾਂ ਅਰਸਾ ਗੁਜ਼ਰ ਚੁੱਕਿਆ ਸੀ। ਉਹ ਹਾਂ, ਇਹ ਖਿਆਲ ਮੇਰੇ ਦਿਮਾਗ ਵਿੱਚ ਪਹਿਲਾਂ ਕਿਉਂ ਨਹੀਂ ਆਇਆ? ਜੇਕਰ ਮਾਮੀ ਦਾ ਵਿਆਹ ਕਰਵਾ ਦਿੱਤਾ ਜਾਵੇ ਤਾਂ ਉਹ ਵੀ ਆਪਣੀ ਜ਼ਿੰਦਗੀ ਵਿੱਚ ਆਰਾਮ ਨਾਲ ਰਹੇਗੀ ਅਤੇ ਉਹਨਾਂ ਨੂੰ ਇਹ ਸਭ ਹਰਕਤਾਂ ਵੀ ਨਹੀਂ ਕਰਨੀਆਂ ਪੈਣਗੀਆਂ। ਹੁਣ ਮੇਰੇ ਦਿਮਾਗ ਦੇ ਘੋੜੇ ਦੌੜਨ ਲੱਗ ਗਏ। ਸਾਡੇ ਹੀ ਮੁਹੱਲੇ ਵਿੱਚ ਇੱਕ 30 ਸਾਲਾ ਆਦਮੀ ਰਹਿੰਦਾ ਸੀ, ਜਿਸ ਦੇ ਵਿਆਹ ਤੋਂ ਝਟਪਟ ਬਾਅਦ ਹੀ ਉਸ ਦੀ ਵੀ ਪਤਨੀ ਮਰ ਚੁੱਕੀ ਸੀ, ਜੋ ਵੀ ਚੰਗੀ ਖਾਸੀ ਕਰਦਾ ਸੀ। ਮੈਂ ਸੋਚ ਲਿਆ ਸੀ ਹੁਣ ਮੈਨੂੰ ਕੀ ਕਰਨਾ ਹੈ। ਆਪਣੀ ਸੋਚੀ ਹੋਈ ਗੱਲ ਤੇ ਅਮਲ ਕਰਨ ਦਾ ਠਾਣ ਲਿਆ। ਮੈਂ ਆਪਣੀਆਂ ਅੱਖਾਂ ਬੰਦ ਕਰਕੇ ਇਹ ਗੱਲ ਠਾਣ ਲਈ ਸੀ ਕਿ ਮੈਨੂੰ ਮਾਮੀ ਦਾ ਵਿਆਹ ਕਰਵਾ ਦੇਣਾ ਚਾਹੀਦਾ ਹੈ। ਹਾਲਾਂਕਿ ਉਹਨਾਂ ਦੀ ਵਿਆਹ ਦੀ ਉਮਰ ਨਿਕਲ ਚੁੱਕੀ ਸੀ, ਪਰ ਜੇਕਰ ਉਹਨਾਂ ਦੇ ਜ਼ਿਹਨ ਵਿੱਚ ਗਲਤ ਖਿਆਲ ਆਉਂਦਾ ਵੀ ਸੀ ਤਾਂ ਸ਼ੁਕਰ ਸੀ ਉਹ ਮੇਰੇ ਲਈ ਹੀ ਸੀ, ਕਿਸੇ ਬਾਹਰ ਵਾਲੇ ਲਈ ਨਹੀਂ ਸੀ। ਇਸ ਲਈ ਮੈਂ ਸੋਚ ਲਿਆ ਸੀ ਹੁਣ ਮਾਮੀ ਦਾ ਵਿਆਹ ਕਰਵਾ ਕੇ ਮੈਂ ਉਹਨਾਂ ਦੀ ਜ਼ਿੰਦਗੀ ਨੂੰ ਆਸਾਨ ਕਰ ਦੇਵਾਂਗਾ। ਜੇਕਰ ਮੇਰੀ ਜਗ੍ਹਾ ਕੋਈ ਹੋਰ ਹੁੰਦਾ ਤਾਂ ਸ਼ਾਇਦ ਮਾਮੀ ਹੁਣ ਤੱਕ ਪਛਤਾ ਰਹੀ ਹੁੰਦੀ। ਮੈਂ ਇਸ ਚੀਜ਼ ਨੂੰ ਆਪਣੇ ਦਿਮਾਗ ਤੇ ਹਾਵੀ ਨਹੀਂ ਹੋਣ ਦਿੱਤਾ ਸੀ। ਅਗਲੀ ਸਵੇਰ ਤੋਂ ਮੈਂ ਆਪਣੇ ਕੰਮ ਤੇ ਲੱਗ ਚੁੱਕਿਆ ਸੀ। ਮੈਂ ਆਪਣੇ ਮੁਹੱਲੇ ਦੇ ਗੁਆਂਢੀਆਂ ਦੇ ਘਰ ਆਉਣਾ ਜਾਣਾ ਸ਼ੁਰੂ ਕਰ ਦਿੱਤਾ ਸੀ। ਇੱਕ ਰੋਜ਼ ਇੰਜ ਹੀ ਗੱਲਾਂ ਵਿੱਚ ਉਹਨਾਂ ਨੂੰ ਉਹਨਾਂ ਦੇ ਵਿਆਹ ਬਾਰੇ ਪੁੱਛਿਆ ਤਾਂ ਉਹਨਾਂ ਨੇ ਦੱਸਿਆ ਕਿ ਉਹਨਾਂ ਦੀ ਪਤਨੀ ਦਾ ਕਰੈਕਟਰ ਚੰਗਾ ਨਹੀਂ ਸੀ। ਉਹ ਬਹੁਤ ਸਾਰੇ ਲੋਕਾਂ ਨਾਲ ਸੰਬੰਧ ਰੱਖਦੀ ਸੀ, ਇਸ ਲਈ ਉਸ ਨੂੰ HIV ਹੋ ਗਿਆ ਸੀ। ਉਸਨੇ ਇਸ ਰੋਗ ਨੂੰ ਕਾਫੀ ਦਿਨਾਂ ਤੱਕ ਛੁਪਾ ਕੇ ਰੱਖਿਆ, ਪਰ ਉਸ ਦਾ ਪਰਦਾਫਾਸ਼ ਹੋ ਗਿਆ। ਉਦੋਂ ਤੋਂ ਮੈਨੂੰ ਵਿਆਹ ਨਾਲ ਨਫ਼ਰਤ ਹੀ ਹੋ ਗਈ ਹੈ। ਹੁਣ ਮੈਂ ਬਸ ਆਪਣੇ ਕੰਮ ਤੇ ਧਿਆਨ ਦਿੰਦਾ ਹਾਂ, ਪਰ ਤੁਹਾਨੂੰ ਦੂਜਾ ਵਿਆਹ ਕਰ ਲੈਣਾ ਚਾਹੀਦਾ ਹੈ। ਜੇਕਰ ਇੱਕ ਔਰਤ ਠੀਕ ਨਹੀਂ ਰਹੀ ਤਾਂ ਇਸ ਦਾ ਮਤਲਬ ਇਹ ਨਹੀਂ ਕਿ ਦੂਜੀ ਵੀ ਉਸੇ ਤਰ੍ਹਾਂ ਦੀ ਹੀ ਹੋਵੇ। ਇਹ ਜ਼ਰੂਰੀ ਤਾਂ ਨਹੀਂ। ਉਹ ਸ਼ਾਇਦ ਤੁਹਾਡੀ ਕਿਸਮਤ ਵਿੱਚ ਹੈ ਹੀ ਨਹੀਂ ਸੀ। ਤੁਹਾਡੀ ਕਿਸਮਤ ਵਿੱਚ ਸ਼ਾਇਦ ਮੇਰੀ ਮਾਮੀ ਵਰਗੀ ਕੋਈ ਸਾਫ਼ ਚਰਿੱਤਰ ਔਰਤ ਹੈ। ਹੁਣ ਤੁਸੀਂ ਸੋਚਣਾ ਜ਼ਰੂਰ ਇਸ ਬਾਰੇ। ਮੈਂ ਮੁਸਕਰਾ ਕੇ ਕਿਹਾ ਤੇ ਆਪਣੇ ਆਪ ਉੱਥੋਂ ਵਾਪਸ ਆ ਗਿਆ। ਹੁਣ ਮੇਰੇ ਦਿਮਾਗ ਵਿੱਚ ਉਸ ਸ਼ਖਸ ਦੀਆਂ ਗੱਲਾਂ ਘੁੰਮ ਰਹੀਆਂ ਸਨ। ਉਹ ਪੱਕਾ ਖਿਡਾਰੀ ਸੀ। ਮੈਨੂੰ ਹੁਣ ਮਾਮੀ ਨੂੰ ਜਿੰਨਾ ਹੋ ਸਕਦਾ ਸੀ ਉਸ ਤੋਂ ਦੂਰ ਹੀ ਰੱਖਣਾ ਸੀ, ਤਾਂ ਕਿ ਮਾਮੀ ਦੇ ਚਰਿੱਤਰ ਤੇ ਕੋਈ ਉਂਗਲ ਨਾ ਉਠਾ ਸਕੇ। ਪਰ ਮੈਂ ਇਹ ਸਭ ਗਲਤ ਨਹੀਂ ਸੋਚ ਰਿਹਾ ਸੀ। ਉਹਨਾਂ ਤੇ ਇਲਜ਼ਾਮ ਲਗਾਉਣ ਦੀ ਕੋਸ਼ਿਸ਼ ਨਹੀਂ ਕਰ ਰਿਹਾ ਸੀ, ਪਰ ਮੈਂ ਕਰਦਾ ਵੀ ਤਾਂ ਕੀ ਕਰਦਾ? ਮੇਰੇ ਵੱਸ ਵਿੱਚ ਕੁਝ ਵੀ ਨਹੀਂ ਸੀ, ਅਤੇ ਜਿਹੋ ਜੀਆਂ ਮਾਮੀ ਦੀਆਂ ਹਰਕਤਾਂ ਸਨ, ਅੱਛਾ ਖਾਸਾ ਮਰਦ ਇਹੀ ਸਭ ਸੋਚਦਾ। ਸਗੋਂ ਪਹਿਲੇ ਵੀ ਕਰ ਚੁੱਕਿਆ ਹੁੰਦਾ, ਪਰ ਮੈਂ ਅਜਿਹਾ ਕੁਝ ਨਹੀਂ ਕਰਨਾ ਚਾਹੁੰਦਾ ਸੀ। ਮੈਂ ਮਾਮੀ ਨੂੰ ਇਸ ਦਲਦਲ ਵਿੱਚ ਨਹੀਂ ਜਾਣ ਦੇਣਾ ਚਾਹੁੰਦਾ ਸੀ, ਜਿੱਥੇ ਅੰਦਰ ਜਾਣ ਦਾ ਤਾਂ ਰਸਤਾ ਸੀ, ਪਰ ਬਾਹਰ ਆਉਣ ਦਾ ਕੋਈ ਰਸਤਾ ਨਹੀਂ ਸੀ। ਕੁਝ ਦਿਨਾਂ ਬਾਅਦ ਉਸ ਆਦਮੀ ਦੀ ਮਾਂ ਸਾਡੇ ਘਰ ਆਈ। ਮੇਰੀ ਮਾਮੀ ਨੂੰ ਤਾਂ ਇਸ ਸਾਰੇ ਮਾਮਲੇ ਦਾ ਕੁਝ ਪਤਾ ਨਹੀਂ ਸੀ, ਪਰ ਹੁਣ ਮੇਰੇ ਡਰ ਦੇ ਮਾਰੇ ਮੁੜ ਕੇ ਛੁੱਟਣ ਲੱਗੇ ਸਨ, ਕਿਉਂਕਿ ਮਾਮੀ ਨੇ ਜਦੋਂ ਉਹਨਾਂ ਦੀ ਪੂਰੀ ਗੱਲ ਸੁਣੀ ਤਾਂ ਇੱਕ ਅਜੀਬ ਜਿਹੀ ਨਜ਼ਰ ਮੇਰੇ ਤੇ ਪਾਈ। ਉਸ ਨਜ਼ਰ ਵਿੱਚ ਕੁਝ ਅਜਿਹਾ ਸੀ ਕਿ ਮੈਂ ਸ਼ਰਮਿੰਦਾ ਹੋ ਕੇ ਰਹਿ ਗਿਆ। ਮਾਮੀ ਬਿਲਕੁਲ ਹੈਰਾਨ ਹੋ ਚੁੱਕੀ ਸੀ। ਉਹ ਪਰੇਸ਼ਾਨੀ ਨਾਲ ਵਾਰ-ਵਾਰ ਆਪਣੇ ਹੱਥ ਮਲ ਰਹੀ ਸੀ। ਇਸ ਦੇ ਬਾਅਦ ਜਦੋਂ ਗੱਲ ਉਹਨਾਂ ਦੇ ਬਰਦਾਸ਼ਤ ਤੋਂ ਬਾਹਰ ਹੋ ਗਈ ਤਾਂ ਉਹ ਇੱਕਦਮ ਉੱਠੀ ਅਤੇ ਉਹਨਾਂ ਤੇ ਚੀਕ ਕੇ ਉਹਨਾਂ ਨੂੰ ਬਾਹਰ ਜਾਣ ਦਾ ਕਿਹਾ। ਉਹ ਔਰਤ ਹੈਰਾਨੀ ਨਾਲ ਮਾਮੀ ਵੱਲ ਦੇਖਣ ਲੱਗੀ। ਮਾਮੀ ਨੇ ਆਪਣੀਆਂ ਅੱਖਾਂ ਬੰਦ ਕਰਕੇ ਖੋਲ੍ਹੀ ਅਤੇ ਉਸ ਔਰਤ ਨੂੰ ਲੈ ਕੇ ਕਮਰੇ ਵਿੱਚ ਬੰਦ ਹੋ ਗਈ। ਉਸ ਦੇ ਬਾਅਦ ਮਾਮੀ ਨੇ ਨਾ ਜਾਣੇ ਉਸ ਔਰਤ ਨੂੰ ਕੀ ਕਿਹਾ ਕਿ ਉਹ ਉਸ ਤੋਂ ਮਾਫੀ ਮੰਗਦੀ ਹੋਈ ਚਲੀ ਗਈ। ਮੈਂ ਭੱਜ ਕੇ ਕਮਰੇ ਵਿੱਚ ਬੰਦ ਹੋ ਗਿਆ। ਮੈਨੂੰ ਪਤਾ ਸੀ ਹੁਣ ਮੇਰੀ ਕਲਾਸ ਲੱਗਣ ਵਾਲੀ ਹੈ। ਮਾਮੀ ਨੂੰ ਪਤਾ ਚੱਲ ਗਿਆ ਹੋਵੇਗਾ ਕਿ ਇਹ ਸਭ ਮੇਰਾ ਹੀ ਕੀਤਾ ਕਰਾਇਆ ਹੈ। ਇਸ ਦੇ ਬਾਅਦ ਇੱਕ ਹੋਰ ਅਜੀਬ ਹਰਕਤ ਹੋਈ। ਹੁਣ ਮਾਮੀ ਨੇ ਮੈਨੂੰ ਕੁਝ ਨਹੀਂ ਕਿਹਾ ਸੀ,
ना ही बाहर जाण ते रोक लगाई, सगों मेरे ते नज़र रखनी भी छड्ड दित्ती। 3-4 दिन इंज ही गुजरे तां मैं भी इस किस्से नूं भुल गया। मैं एक बार फिर तो अपनी जिंदगी दी रंगीनियां विच मसरूफ हो चुकिया सी, पर हुण कुछ दिन ही होए सन कि मामी फिर तो मेरा ख्याल ਪਹਿਲਾਂ ਦੀ ਤਰ੍ਹਾਂ ਹੀ ਰੱਖਣ ਲੱਗ ਪਈ ਸੀ। ਹੁਣ ਉਹ ਬਹਾਨੇ ਨਾਲ ਮੈਨੂੰ ਹੱਥ ਲਾਉਂਦੀ ਸੀ, ਪਰ ਹੁਣ ਮੈਂ ਉਹਨਾਂ ਨੂੰ ਨਹੀਂ ਰੋਕਦਾ ਸੀ, ਨਾ ਹੀ ਉਹਨਾਂ ਤੋਂ ਡਰਦਾ ਸੀ, ਸਗੋਂ ਐਵੇਂ ਜ਼ਾਹਿਰ ਕਰਦਾ ਸੀ ਜਿਵੇਂ ਕੁਝ ਹੋਇਆ ਹੀ ਨਹੀਂ। ਕਾਫੀ ਵਕਤ ਤੱਕ ਇਹ ਸਭ ਐਵੇਂ ਹੀ ਚੱਲਦਾ ਰਿਹਾ। ਹੁਣ ਮੈਨੂੰ ਆਪਣੇ ਆਪ ਵਿੱਚ ਬਹੁਤ ਬਦਲਾਅ ਮਹਿਸੂਸ ਹੋਣ ਲੱਗੇ ਸਨ। ਹੁਣ ਮੈਂ ਹਰ ਵਕਤ ਕੁਝ ਨਾ ਕੁਝ ਸੋਚਦਾ ਰਹਿੰਦਾ ਸੀ। 1-2 ਵਾਰ ਤਾਂ ਮੇਰੇ ਦਿਮਾਗ ਵਿੱਚ ਇਹ ਖਿਆਲ ਵੀ ਆ ਚੁੱਕਿਆ ਸੀ ਕਿ ਮੈਂ ਉਹਨਾਂ ਨਾਲ ਵਿਆਹ ਕਰ ਲਵਾਂ, पर की ये जायज़ सी? नहीं, ये तो पाप सी। मैं अपने ही सवालों ते माफ़ी मंग रहा सी। मेरे दिमाग तो हुण भी ये गल नहीं जा रही सी कि मामी ने विआह लई मना क्यों किया सी, अते अजे की गल कही सी उस औरत नूं जो माफ़ी मंगदे होए इत्थों गई सी। पता कर लई अगले दिन मैं उन्हां दे घर गया तां उस औरत ने मैनूं बिना वजह ही बहुत गल्लां सुणाईयां अते झिड़क के उत्थों भजा दिता। ਹੁਣ ਮੈਂ ਕੁਝ ਕੰਮ ਕਰਨ ਦਾ ਸੋਚਿਆ। ਮੈਂ ਰਿਜ਼ਿਊਮ ਬਣਾ ਕੇ ਹਰ ਜਗ੍ਹਾ ਦੇ ਦਿੱਤੇ ਸਨ। ਜਲਦੀ ਮੇਰੀ ਨੌਕਰੀ ਲੱਗ ਚੁੱਕੀ ਸੀ। ਪਹਿਲਾਂ ਨਾਲੋਂ ਹੁਣ ਮੈਂ ਕਾਫੀ ਸਮਝਦਾਰ ਹੋ ਚੁੱਕਿਆ ਸੀ। ਮਾਮੀ ਹੁਣ ਵੀ ਮੇਰਾ ਧਿਆਨ ਬਿਲਕੁਲ ਉਂਝ ਹੀ ਰੱਖਦੀ ਸੀ ਅਤੇ ਹੁਣ ਵੀ ਮੇਰੇ ਨਾਲ ਬਰਾਬਰ ਅਜੀਬ ਹਰਕਤਾਂ ਕਰਦੀ ਸੀ, ਪਰ ਸ਼ਾਇਦ ਇਹ ਸਭ ਮਾਮੀ ਲਈ ਨਾਰਮਲ ਹੀ ਸੀ। ਮੈਂ ਆਪਣੇ ਆਪ ਹੀ ਉਹਨਾਂ ਬਾਰੇ ਅਜਿਹਾ ਸੋਚ ਰਿਹਾ ਸੀ ਜਦੋਂ ਕਿ ਮਾਮੀ ਨੇ ਤਾਂ ਕਦੇ ਆਪਣੇ ਆਪ ਤੋਂ ਕੁਝ ਨਹੀਂ ਕਿਹਾ ਸੀ, ਸਗੋਂ ਉਹ ਤਾਂ ਹਮੇਸ਼ਾ ਹੀ ਮੇਰਾ ਬਹੁਤ ਖਿਆਲ ਰੱਖਦੀ ਸੀ। ਹੁਣ ਮਾਮੀ ਕਾਫੀ ਖੁਸ਼ ਰਹਿਣ ਲੱਗੀ ਸੀ। ਹੁਣ ਉਹ ਮੇਰੇ ਹੋਰ ਕਰੀਬ ਆਉਣ ਦੀ ਕੋਸ਼ਿਸ਼ ਕਰਦੀ। ਮੈਂ ਇਸ ਵਾਰ ਉਹਨਾਂ ਸਭ ਚੀਜ਼ਾਂ ਨੂੰ ਨਾਰਮਲ ਹੀ ਲਿਆ ਸੀ ਅਤੇ ਸ਼ਾਇਦ ਇੱਥੇ ਮੈਂ ਗਲਤੀ ਕਰ ਬੈਠਾ ਸੀ, ਕਿਉਂਕਿ ਇਸ ਵਾਰ ਮੈਂ ਜੋ ਸੋਚ ਰਿਹਾ ਸੀ ਉਹੋ ਜਿਹਾ ਕੁਝ ਵੀ ਨਹੀਂ ਹੋਣ ਵਾਲਾ ਸੀ। ਸਗੋਂ ਇਸ ਵਾਰ ਉਹ ਸਭ ਹੋਣ ਵਾਲਾ ਸੀ ਜੋ ਮੈਂ ਕਦੇ ਸੁਪਨੇ ਵਿੱਚ ਵੀ ਨਹੀਂ ਸੋਚਿਆ ਸੀ। ਹੁਣ ਰਾਤ ਨੂੰ ਖਾਣਾ ਖਾਂਦੇ ਹੀ ਮੈਨੂੰ ਕੁਝ ਹੋਸ਼ ਨਾ ਰਹਿੰਦਾ। ਜਦੋਂ ਸਵੇਰ ਹੁੰਦੀ ਤਾਂ ਜਿਸਮ ਵਿੱਚ ਥਕਾਵਟ ਜਿਹੀ ਮਹਿਸੂਸ ਹੁੰਦੀ, ਪਰ ਅਜੀਬ ਗੱਲ ਇਹ ਸੀ ਕਿ ਮਾਮੀ ਮੇਰੇ ਤੋਂ ਨਜ਼ਰਾਂ ਨਹੀਂ ਮਿਲਾਉਂਦੀ ਸੀ, ਸਗੋਂ ਸਰਮਾਈ ਜਿਹੀ ਰਹਿਣ ਲੱਗੀ ਸੀ। ਮੈਨੂੰ ਕੁਝ ਵੀ ਸਮਝ ਨਹੀਂ ਆ ਰਿਹਾ ਸੀ ਅਤੇ ਮੈਂ ਆਪਣੇ ਵੱਲੋਂ ਕੁਝ ਵੀ ਅਜੀਬ ਗਰੀਬ ਸੋਚ ਕੇ ਆਪਣੇ ਆਪ ਨੂੰ ਹੋਰ ਪਰੇਸ਼ਾਨੀ ਵਿੱਚ ਨਹੀਂ ਪਾ ਸਕਦਾ ਸੀ। ਇਸ ਲਈ ਮੈਂ ਇਹ ਸਭ ਜ਼ਿਆਦਾ ਕੰਮ ਕਰਨ ਦੀ ਵਜ੍ਹਾ ਨਾਲ ਹੀ ਸਮਝਿਆ ਸੀ। ਮੈਂ ਹੁਣ ਸਵੇਰੇ ਉੱਠਦੇ ਹੀ ਮਾਮੀ ਤੋਂ ਛੁਪ ਕੇ ਦਵਾਈ ਖਾ ਲੈਂਦਾ ਸੀ, ਜਿਸ ਨਾਲ ਮੇਰੀ ਤਬੀਅਤ ਬਿਲਕੁਲ ਠੀਕ ਰਹਿੰਦੀ ਸੀ, ਪਰ ਰਾਤ ਹੁੰਦੇ ਹੀ ਦੁਬਾਰਾ ਤਾਂ ਉਹੀ ਸਭ ਹੋਣ ਲੱਗਦਾ। ਇੱਕ ਰੋਜ਼ ਮੇਰੀ ਅੱਖ ਜਲਦੀ ਖੁੱਲ ਗਈ ਤਾਂ ਮਾਮੀ ਮੇਰੇ ਨਾਲ ਬਹੁਤ ਹੀ ਅਜੀਬ ਹਾਲਤ ਵਿੱਚ ਸੋ ਰਹੀ ਸੀ। ਮੈਂ ਬਹੁਤ ਡਰ ਗਿਆ ਸੀ ਅਤੇ ਦੁਬਾਰਾ ਲੇਟ ਕੇ ਸੌਣ ਦਾ ਡਰਾਮਾ ਕਰਨ ਲੱਗਾ। ਥੋੜੀ ਦੇਰ ਬਾਅਦ ਮੈਨੂੰ ਮਹਿਸੂਸ ਹੋਇਆ ਜਿਵੇਂ ਮਾਮੀ ਵੀ ਉੱਠ ਗਈ ਸੀ। ਮਾਮੀ ਨੇ ਮੇਰੇ ਕੋਲ ਆ ਕੇ ਮੇਰੇ ਵਾਲਾਂ ਵਿੱਚ ਹੱਥ ਫੇਰਿਆ। ਇਸ ਦੇ ਬਾਅਦ ਦਬੇ ਪੈਰ ਕਮਰੇ ਤੋਂ ਬਾਹਰ ਚਲੀ ਗਈ। ਮਾਮੀ ਦੇ ਜਾਂਦੇ ਹੀ ਮੈਂ ਉੱਠ ਕੇ ਬੈਠ ਗਿਆ, ਆਪਣਾ ਸਿਰ ਫੜ ਲਿਆ ਸੀ। ਇਹ ਸਭ ਕੀ ਹੋ ਰਿਹਾ ਸੀ? ਪਰ ਜੋ ਵੀ ਸੀ ਬਹੁਤ ਗਲਤ ਹੋ ਰਿਹਾ ਸੀ। ਹੁਣ ਮੇਰੇ ਦਿਮਾਗ ਵਿੱਚ ਮਾਮੀ ਦੀ ਪਿਛਲੀ ਸਾਰੀਆਂ ਹਰਕਤਾਂ ਘੁੰਮਣ ਲੱਗੀਆਂ ਸਨ ਅਤੇ ਅਜੋਕੇ ਸੱਸ ਤੋਂ ਬਾਅਦ ਮੇਰਾ ਉਹਨਾਂ ਰਿਸ਼ਤਿਆਂ ਤੋਂ ਭਰੋਸਾ ਖਤਮ ਹੋ ਚੁੱਕਿਆ ਸੀ। ਮੈਂ ਸੋਚ ਲਿਆ ਸੀ ਹੁਣ ਮੈਂ ਇੱਥੇ ਨਹੀਂ ਰਹਿ ਸਕਦਾ, ਮੇਰਾ ਇੱਥੋਂ ਚਲੇ ਜਾਣਾ ਹੀ ਬਿਹਤਰ ਸੀ। ਮੈਂ ਮਾਮੀ ਦੇ ਨਾਂ ਇੱਕ ਪੱਤਰ ਲਿਖ ਕੇ ਰੱਖ ਦਿੱਤਾ ਸੀ, ਜਿਸ ਨੂੰ ਉਹ ਘਰ ਵਾਪਸ ਆ ਕੇ ਪੜ੍ਹ ਲਵੇਗੀ ਤਾਂ ਮੇਰੀ ਸਾਰੀ ਗੱਲਾਂ ਪਤਾ ਲੱਗ ਜਾਵੇਗੀ। ਮੈਂ ਘਰੋਂ ਨਿਕਲਣ ਹੀ ਵਾਲਾ ਸੀ ਕਿ ਇੱਕ ਮੰਗਣ ਵਾਲੀ ਔਰਤ ਨੇ ਦਰਵਾਜ਼ਾ ਖੜਕਾਇਆ। ਉਸ ਨੂੰ ਦੇਣ ਲਈ ਕੁਝ ਲਿਆਉਣ ਲਈ ਕਿਚਨ ਵਿੱਚ ਗਿਆ ਤਾਂ ਉਹ ਔਰਤ ਅੰਦਰ ਆ ਕੇ ਦਰਵਾਜ਼ਾ ਬੰਦ ਕਰਕੇ ਮੇਰੇ ਹੱਥਾਂ ਨੂੰ ਚੁੰਮਣ ਲੱਗੀ ਅਤੇ ਰੋਣ ਲੱਗੀ। ਉਸ ਨੂੰ ਐਵੇਂ ਵੇਖ ਕੇ ਮੈਂ ਪਰੇਸ਼ਾਨ ਹੋ ਗਿਆ ਸੀ ਕਿ ਮਾਂ ਜੀ ਕੀ ਹੋਇਆ? ਤੁਹਾਨੂੰ ਭੁੱਖ ਲੱਗੀ ਹੈ ਤਾਂ ਆਓ ਇੱਥੇ ਬੈਠੋ, ਮੈਂ ਤੁਹਾਨੂੰ ਖਾਣਾ ਦਿੰਦਾ ਹਾਂ, ਤੁਸੀਂ ਉਹ ਖਾ ਕੇ ਚਲੀ ਜਾਣਾ। ਮੈਂ ਉਸ ਨੂੰ ਬੈਠਣ ਲਈ ਕਿਹਾ ਸੀ, ਪਰ ਉਹ ਖਾਣ ਲਈ ਰਾਜ਼ੀ ਨਹੀਂ ਸੀ। ਮੈਂ ਤੈਨੂੰ ਇੱਕ ਸੱਚ ਦੱਸਣ ਆਈ ਹਾਂ, ਮੈਂ ਤੈਨੂੰ ਬਹੁਤ ਲੱਭਿਆ ਪਰ ਮੈਨੂੰ ਤੂੰ ਕਿਤੇ ਨਹੀਂ ਮਿਲਿਆ। ਉਹ ਰੋਂਦੇ ਹੋਏ ਹੁਣ ਵੀ ਮੇਰਾ ਹੱਥ ਤੇ ਚਿਹਰਾ ਚੁੰਮ ਰਹੀ ਸੀ। ਉਹਨਾਂ ਨੂੰ ਵੇਖ ਕੇ ਪਤਾ ਨਹੀਂ ਕਿਉਂ ਪਰ ਮੈਨੂੰ ਬਹੁਤ ਹੀ ਚੰਗਾ ਅਹਿਸਾਸ ਹੋ ਰਿਹਾ ਸੀ। ਕਿਹੜਾ ਸੱਚ ਦੱਸਣ ਦੀ ਗੱਲ ਕਰ ਰਹੇ ਹੋ ਤੁਸੀਂ? ਮੈਂ ਹੈਰਾਨੀ ਨਾਲ ਉਹਨਾਂ ਵੱਲ ਵੇਖਿਆ। ਅਜਿਹਾ ਸੱਚ ਦੱਸਣ ਦੀ ਕਿ ਸ਼ਾਇਦ ਜੋ ਹੁਣੇ ਤੱਕ ਤੈਨੂੰ ਨਹੀਂ ਪਤਾ ਸੀ। ਇਹ ਤੁਹਾਡਾ ਬੈਗ ਹੈ, ਤੂੰ ਕਿੱਥੇ ਜਾ ਰਿਹਾ ਸੀ? ਮੈਂ ਸ਼ਹਿਰ ਛੱਡ ਕੇ
ਹਮੇਸ਼ਾ ਲਈ ਕਿਤੇ ਹੋਰ ਜਾ ਰਿਹਾ ਸੀ। ਪਰ ਕਿਉਂ ਜਾਣਾ ਚਾਹੁੰਦਾ ਹੈ ਤੂੰ? ਕੀ ਉਹ ਤੈਨੂੰ ਪਿਆਰ ਨਹੀਂ ਕਰਦੀ? ਕੀ ਉਹ ਚੰਗੀ ਨਹੀਂ ਹੈ? ਕਿੱਥੇ ਹੈ ਉਹ? ਵੇਖੋ, ਮੈਨੂੰ ਤੁਹਾਡੀ ਕਿਸੇ ਗੱਲ ਦੀ ਕੋਈ ਸਮਝ ਨਹੀਂ ਆ ਰਹੀ ਹੈ ਅਤੇ ਤੁਸੀਂ ਕਿਸ ਦੀ ਗੱਲ ਕਰ ਰਹੇ ਹੋ ਉਹ ਵੀ ਨਹੀਂ ਪਤਾ। ਹੁਣ ਮੈਨੂੰ ਇਹ ਦੱਸੋ, ਤੁਸੀਂ ਹੋ ਕੌਣ? ਮੈਂ ਜਦੋਂ ਇਹ ਸਵਾਲ ਕੀਤਾ ਤਾਂ ਉਸ ਔਰਤ ਦੇ ਚਿਹਰੇ ਤੇ ਦਰਦ ਛਾ ਗਿਆ ਸੀ। ਤਦ ਉਹ ਬੋਲੀ, ਮੈਂ ਤੁਹਾਡੀ ਮਾਂ ਹਾਂ। ਤੂੰ ਇੰਨੀ ਜਲਦੀ ਆਪਣੀ ਮਾਂ ਨੂੰ ਭੁੱਲ ਗਿਆ? ਉਹਨਾਂ ਨੇ ਮੈਨੂੰ ਇੱਕ ਤਸਵੀਰ ਵਿਖਾਈ ਜਿਸ ਨੂੰ ਵੇਖਦੇ ਹੀ ਮੈਂ ਉਹਨਾਂ ਨੂੰ ਚਿਮੜ ਗਿਆ। ਉਹ ਅਸਲ ਵਿੱਚ ਮੇਰੀ ਮਾਂ ਸੀ, ਪਰ ਉਹ ਬਿਲਕੁਲ ਬਦਲ ਚੁੱਕੀ ਸੀ। ਉਹ ਤਾਂ ਬਹੁਤ ਸੋਹਣੀ ਹੋਇਆ ਕਰਦੀ ਸੀ, ਤਾਂ ਫਿਰ ਉਸ ਦੀ ਇਹ ਹਾਲਤ ਕਿਵੇਂ ਹੋਈ? ਝੂਰੀਆਂ ਵਾਲਾ ਚਿਹਰਾ ਹੁਣ ਤਾਂ ਪਹਿਚਾਣ ਵਿੱਚ ਵੀ ਨਹੀਂ ਆ ਰਿਹਾ ਸੀ। ਅਤੇ ਮੇਰਾ ਬਾਪ ਕਿੱਥੇ ਸੀ? ਥੋੜੀ ਦੇਰ ਬਾਅਦ ਜਦੋਂ ਰੋ ਰੋ ਕੇ ਅਸੀਂ ਮਾਂ ਬੇਟੇ ਨੇ ਆਪਣੇ ਦੁੱਖ ਹਲਕੇ ਕਰ ਲਏ ਤਾਂ ਉਹਨਾਂ ਨੇ ਮਾਮੀ ਬਾਰੇ ਪੁੱਛਿਆ। ਮਾਂ, ਉਹ ਮਾਮੀ ਤਾਂ ਨੌਕਰੀ ਕਰਦੀ ਹੈ, ਨੌਕਰੀ ਤੇ ਗਈ ਹੋਈ ਹੈ, ਦੁਪਹਿਰ ਤੱਕ ਆਵੇਗੀ। ਮੈਂ ਮਾਂ ਨੂੰ ਕਿਹਾ ਤਾਂ ਉਹ ਹੈਰਾਨੀ ਨਾਲ ਮੈਨੂੰ ਦੇਖਣ ਲੱਗੀ। ਇਹ ਕੀ ਕਹਿ ਰਿਹਾ ਹੈ? ਤੂੰ ਕਿਸ ਦੀ ਗੱਲ ਕਰ ਰਿਹਾ ਹੈ? ਮਾਂ ਸ਼ਾਇਦ ਮਾਮੀ ਨੂੰ ਭੁੱਲ ਚੁੱਕੀ ਸੀ। ਮੈਂ ਆਪਣੀ ਜੇਬ ਵਿੱਚੋਂ ਇੱਕ ਤਸਵੀਰ ਕੱਢੀ ਅਤੇ ਮਾਂ ਨੂੰ ਵਿਖਾ ਦਿੱਤੀ, ਜਿਸ ਨੂੰ ਵੇਖਦੇ ਹੀ ਮਾਂ ਨੇ ਡੂੰਘਾ ਸਾਹ ਲਿਆ, ਜਿਵੇਂ ਉਹ ਸਭ ਸਮਝ ਗਈ ਹੋਵੇ। ਉਸ ਤੋਂ ਬਾਅਦ ਮੈਨੂੰ ਅਤੇ ਮਾਮੀ ਨੂੰ ਲੈ ਕੇ ਜੋ ਰਾਜ਼ ਮਾਂ ਨੇ ਮੈਨੂੰ ਦੱਸਿਆ, ਉਹ ਸੁਣ ਕੇ ਤਾਂ ਮੈਂ ਹੈਰਾਨ ਰਹਿ ਗਿਆ। ਮਾਂ ਨੇ ਮੈਨੂੰ ਪਾਪਾ ਬਾਰੇ ਦੱਸਿਆ ਕਿ ਪਾਪਾ ਨੇ ਤੁਹਾਡੇ ਜਾਂਦੇ ਹੀ ਦੂਜਾ ਵਿਆਹ ਕਰ ਲਿਆ ਸੀ। ਉਹਨਾਂ ਦੀ ਦੂਜੀ ਪਤਨੀ ਘੱਟ ਉਮਰ ਦੀ ਸੀ। ਉਸ ਦੀ ਗੱਲਾਂ ਵਿੱਚ ਆ ਕੇ ਮੈਨੂੰ ਘਰ ਤੋਂ ਕੱਢ ਦਿੱਤਾ ਸੀ। ਉਦੋਂ ਤੋਂ ਮਾਂ ਪੁਰਾਣੇ ਘਰ ਵਿੱਚ ਰਹਿ ਰਹੀ ਸੀ। ਉਹ ਹਰ ਰੋਜ਼ ਮੇਰੀ ਤਲਾਸ਼ ਵਿੱਚ ਨਿਕਲਦੀ ਸੀ, ਇੱਕ ਆਸ ਤੇ ਕਿ ਇੱਕ ਨਾ ਇੱਕ ਦਿਨ ਉਸ ਨੂੰ ਉਸ ਦਾ ਪੁੱਤਰ ਜ਼ਰੂਰ ਮਿਲੇਗਾ। ਅਤੇ ਅੱਜ ਉਹ ਦਿਨ ਵੀ ਆ ਗਿਆ ਸੀ। ਮਾਂ ਨੇ ਆਪਣੇ ਥੈਲੇ 'ਚੋਂ ਇੱਕ ਤਸਵੀਰ ਕੱਢੀ, ਜਿਸ ਵਿੱਚ ਮੈਂ ਅਤੇ ਮਾਮੀ ਇਕੱਠੇ ਬੈਠੇ ਹੋਏ ਸਨ। ਇਸ ਤਸਵੀਰ ਵਿੱਚ ਮਾਮੀ ਨੇ ਲਾਲ ਰੰਗ ਦਾ ਜੋੜਾ ਪਾਇਆ ਹੋਇਆ ਸੀ। ਮੈਂ ਮਾਂ ਵੱਲ ਵੇਖਿਆ ਤਾਂ ਉਹ ਬੋਲੀ, ਇਹ ਤੁਹਾਡੀ ਮਾਮੀ ਨਹੀਂ, ਤੁਹਾਡੀ ਪਤਨੀ ਹੈ, ਜਿਸ ਦਾ ਬਚਪਨ ਵਿੱਚ ਹੀ ਤੇਥੋਂ ਵਿਆਹ ਕਰਵਾ ਦਿੱਤਾ ਗਿਆ ਸੀ ਅਤੇ ਉਦੋਂ ਤੋਂ ਹੀ ਇਹ ਤੁਹਾਡਾ ਖਿਆਲ ਰੱਖ ਰਹੀ ਸੀ। ਇਸ ਦੇ ਘਰ ਵਾਲਿਆਂ ਨੇ ਆਪਣੇ ਸਿਰ ਦਾ ਬੋਝ ਸਮਝ ਕੇ ਇਸ ਦਾ ਵਿਆਹ ਤੇਥੋਂ ਕਰਵਾ ਦਿੱਤਾ। ਉਹ ਵਿਚਾਰੀ ਬਹੁਤ ਮਜਬੂਰ ਸੀ, ਇਸ ਲਈ ਮੈਂ ਤੇਰੇ ਵਿਆਹ ਲਈ ਉਸ ਨੂੰ ਹਾਂ ਕਰ ਦਿੱਤੀ ਸੀ, ਕਿਉਂਕਿ ਤੇਰਾ ਬਾਪ ਮੇਰਾ ਹੀ ਖਰਚਾ ਨਹੀਂ ਉਠਾ ਪਾ ਰਿਹਾ ਸੀ ਅਤੇ ਤੇਰਾ ਬਾਪ ਇਸ ਨੂੰ ਰੱਖਣ ਨੂੰ ਤਿਆਰ ਨਹੀਂ ਸੀ। ਤਾਂ ਮੈਂ ਤੈਨੂੰ ਇਸ ਦੇ ਹਵਾਲੇ ਕਰ ਦਿੱਤਾ। ਇਸ ਲਈ ਤੈਨੂੰ ਇਹ ਉੱਥੋਂ ਲੈ ਕੇ ਚਲੀ ਆਈ। ਬਚਪਨ ਵਿੱਚ ਸਭ ਤੇਰਾ ਮਜ਼ਾਕ ਬਣਾਉਂਦੇ ਸਨ। ਇਹ ਤੁਹਾਡੀ ਮਾਮੀ ਹੈ, ਪਤਨੀ ਨਹੀਂ ਹੈ। ਅਤੇ ਮੈਂ ਹੈਰਾਨ ਇਸ ਗੱਲ ਤੇ ਹਾਂ ਕਿ ਤੂੰ ਸੱਚ ਮੰਨ ਕੇ ਉਹਨਾਂ ਦੀਆਂ ਗੱਲਾਂ ਤੇ ਭਰੋਸਾ ਵੀ ਕਰ ਲਿਆ ਅਤੇ ਅੱਜ ਤੱਕ ਉਹਨਾਂ ਗੱਲਾਂ ਦੀ ਵਜ੍ਹਾ ਕਰਕੇ ਆਪਣੇ ਆਪ ਨੂੰ ਆਪਣੀ ਪਤਨੀ ਦਾ ਪਤੀ ਕਹਿਣ ਦੀ ਬਜਾਏ ਉਸ ਨੂੰ ਮਾਮੀ ਕਹਿ ਕੇ ਸੱਦ ਰਿਹਾ ਹੈ। ਇਹ ਸੱਚ ਜਾਣ ਕੇ ਮੈਨੂੰ ਆਪਣੇ ਸੋਚ ਤੇ ਸ਼ਰਮਿੰਦਗੀ ਮਹਿਸੂਸ ਹੋਈ ਅਤੇ ਮਾਮੀ ਤੇ ਤਰਸ ਆਇਆ ਕਿ ਉਹ ਕਿੰਨੀ ਹਿੰਮਤ ਵਾਲੀ ਸੀ, ਕਿਵੇਂ ਇਹ ਸਭ ਬਰਦਾਸ਼ਤ ਕਰਦੀ ਰਹੀ। ਮੈਂ ਤਾਂ ਆਪਣੇ ਆਪ ਉਸ ਦੇ ਰਿਸ਼ਤੇ ਦੀ ਗੱਲ ਤੱਕ ਕਰ ਚੁੱਕਿਆ ਸੀ, ਜਿਸ ਨੂੰ ਅੱਜ ਤੱਕ ਮਾਮੀ ਸਮਝਦਾ ਰਿਹਾ ਸੀ। ਉਹ ਮੇਰੀ ਹੀ ਪਤਨੀ ਸੀ ਅਤੇ ਜੋ ਕੁਝ ਵੀ ਉਹ ਕਰਦੀ ਆ ਰਹੀ ਸੀ, ਪਤਨੀ ਹੋਣ ਦੀ ਹੈਸੀਅਤ ਨਾਲ ਹੀ ਕਰਦੀ ਆਈ ਸੀ। ਇਸ ਵਕਤ ਉਹ ਵੀ ਘਰ ਆ ਗਈ ਸੀ ਅਤੇ ਮਾਂ ਨੂੰ ਵੇਖ ਕੇ ਹੋਸ਼ ਖੋ ਬੈਠੀ ਸੀ। ਉਸ ਨੂੰ ਪਤਾ ਚੱਲ ਚੁੱਕਿਆ ਸੀ ਕਿ ਹੁਣ ਮੈਂ ਸੱਚਾਈ ਜਾਣ ਚੁੱਕਾ ਹਾਂ, ਇਸ ਲਈ ਉਹ ਮੇਰੇ ਸਾਹਮਣੇ ਆਉਣੋਂ ਸ਼ਰਮਾ ਰਹੀ ਸੀ। ਮਾਂ ਦੇ ਸੌਣ ਤੋਂ ਬਾਅਦ ਰਾਤ ਨੂੰ ਮੈਂ ਉਸ ਦੇ ਕਮਰੇ ਵਿੱਚ ਚਲਾ ਗਿਆ। ਉਹ ਹੁਣੇ ਤੱਕ ਜਾਗ ਰਹੀ ਸੀ। ਮੈਨੂੰ ਵੇਖਦੇ ਹੀ ਮੂੰਹ ਫੇਰ ਕੇ ਬੈਠ ਗਈ। ਮੈਂ ਦਰਵਾਜ਼ਾ ਬੰਦ ਕੀਤਾ ਅਤੇ ਉਸ ਕੋਲ ਜਾ ਕੇ ਖੜਾ ਹੋ ਗਿਆ। ਕਿਉਂ ਛੁਪਾਇਆ ਮੇਰੇ ਤੋਂ ਇਹ ਸਭ? ਮੈਨੂੰ ਦੱਸ ਵੀ ਤਾਂ ਸਕਦੀ ਸੀ ਨਾ। ਮੈਂ ਫਿਜ਼ੂਲ ਵਿੱਚ ਇੰਨਾ ਗਲਤ ਸੋਚਿਆ। ਉਸਨੇ ਕਿਹਾ, ਮੈਂ ਤਾਂ ਭੁੱਲ ਹੀ ਗਈ ਸੀ ਕਿ ਤੁਹਾਨੂੰ ਇਹ ਸਭ ਨਹੀਂ ਪਤਾ, ਇਸ ਲਈ ਖਾਮੋਸ਼ ਰਹੀ। ਬਾਅਦ ਵਿੱਚ ਜਦੋਂ ਮੈਨੂੰ ਤੁਹਾਡੀਆਂ ਹਰਕਤਾਂ ਦਾ ਪਤਾ ਚੱਲਾ ਤਾਂ ਮੈਂ ਤੁਹਾਨੂੰ ਤੁਹਾਡੇ ਹਾਲ ਤੇ ਛੱਡ ਦਿੱਤਾ। ਤੂੰ ਵੀ ਮੈਨੂੰ ਪਸੰਦ ਕਰਦੀ ਹੈ। ਇਹ ਤੂੰ ਕੀ ਹੁੰਦਾ ਹੈ? ਮੈਂ ਵੱਡੀ ਹਾਂ ਤੁਹਾਡੇ ਤੋਂ, ਇਸ ਲਈ ਮੈਨੂੰ ਤੁਸੀਂ ਕਹਿ ਕੇ ਬੁਲਾਓ। ਉਸਨੇ ਸ਼ਰਮਾ ਕੇ ਕਿਹਾ, ਪਰ ਰਿਸ਼ਤੇ ਵਿੱਚ ਤਾਂ ਮੈਂ ਪਤੀ ਹਾਂ ਤੁਹਾਡਾ। ਮੈਂ ਸ਼ਰਾਰਤ ਨਾਲ ਕਿਹਾ ਤਾਂ ਉਹ ਹੱਸ ਪਈ। ਮੈਂ ਜਾਣੇ ਅਣਜਾਣੇ ਵਿੱਚ ਆਪਣੀ ਜ਼ਿੰਦਗੀ ਦੀ ਸਭ ਤੋਂ ਵੱਡੀ ਗਲਤੀ ਕਰਨ ਵਾਲਾ ਸੀ। ਜੇਕਰ ਮਾਂ ਠੀਕ ਵਕਤ ਤੇ ਆ ਕੇ ਮੈਨੂੰ ਸੱਚ ਨਾ ਦੱਸਦੀ ਤਾਂ ਮੈਂ ਆਪਣੀ ਪਤਨੀ ਨੂੰ ਛੱਡ ਕੇ ਜਾ ਚੁੱਕਿਆ ਹੁੰਦਾ। ਅਸੀਂ ਦੋਨਾਂ ਨੇ ਆਪਣੀ ਜ਼ਿੰਦਗੀ ਦੀ ਨਵੀਂ ਸ਼ੁਰੂਆਤ ਕਰ ਲਈ ਸੀ। ਮੰਨਿਆ ਉਹ ਉਮਰ ਵਿੱਚ ਮੇਰੇ ਤੋਂ ਵੱਡੀ ਸੀ। ਅੱਜ ਮੈਂ 2 ਬੱਚਿਆਂ ਦਾ ਬਾਪ ਹਾਂ ਅਤੇ ਮੇਰੀ ਪਤਨੀ ਸਹੀ ਵਿੱਚ ਇੱਕ ਮੁਹੱਬਤ
ਅਤੇ ਇੱਜ਼ਤ ਕਰਨ ਵਾਲੀ ਪਤਨੀ ਸਾਬਤ ਹੋਈ ਹੈ। ਇਸ ਲਈ ਕਹਿੰਦੇ ਹਨ ਕਿ ਜਦੋਂ ਤੱਕ ਗੱਲ ਦੀ ਤਹਿ ਤੱਕ ਨਾ ਪਹੁੰਚੋ, ਕੋਈ ਵੀ ਫੈਸਲਾ ਨਾ ਲੈਣਾ, ਕੋਈ ਵੀ ਅਜਿਹਾ ਕਦਮ ਨਾ ਚੁੱਕੋ ਜਿਸ ਦੇ ਨਾਲ ਤੁਹਾਨੂੰ ਪਛਤਾਣਾ ਪਵੇ। ਇੱਕ ਵਾਰ ਸੱਚ ਜਾਣਨ ਦੀ ਕੋਸ਼ਿਸ਼ ਜ਼ਰੂਰ ਕਰੋ। ਤੁਸੀਂ ਅਣਜਾਣੇ ਵਿੱਚ ਹੀ ਆਪਣਾ ਕਿੰਨਾ ਵੱਡਾ ਨੁਕਸਾਨ ਕਰ ਬੈਠੋਗੇ, ਤੁਹਾਨੂੰ ਪਤਾ ਹੀ ਨਹੀਂ ਚੱਲੇਗਾ।